हाँ जी, स्वागत करते हैं ਤੁਹਾਡਾ ਫੂਗਲੇ ਚੈਨਲ ਤੇ ਅੱਜ ਅਸੀਂ ਐਕਸਰਸਾਈਜ਼ 1.2 ਡਿਸਕਸ ਕਰਾਂਗੇ ਕਲਾਸ 10th ਦੀ। ਠੀਕ ਹੈ ਜੀ, ਆਪਾਂ 1 ਬਾय 1 ਸਾਰੇ ਪਾਰਟ ਨੇ ਜਿਹੜੇ ਅੱਜ ਕਰਾਂਗੇ ਜੀ। ਸਭ ਤੋਂ ਪਹਿਲਾ ਕੁਐਸਚਨ ਹੈਗਾ ਐਕਸਪ੍ਰੈਸ ਕਰਨਾ ਜੀ ਈਚ ਨੰਬਰ ਨੂੰ, ਐਕਸਪ੍ਰੈਸ ਈਚ ਨੰਬਰ ਐਜ਼ ਪ੍ਰੋਡਕਟ ਆਫ ਪ੍ਰਾਈਮ ਫੈਕਟਰਸ, ਪ੍ਰੋਡਕਟ ਆਫ ਪ੍ਰਾਈਮ ਫੈਕਟਰਸ। ਦੇਖੋ ਜਦੋਂ ਵੀ ਸਾਨੂੰ ਸਿੰਪਲ ਉਹਨੇ ਕੀ ਬੋਲਿਆ ਕਿ ਜਿਹੜੇ ਵੀ ਪ੍ਰਾਈਮ ਨੰਬਰ ਹੁੰਦੇ ਨੇ ਉਹਦੀ ਪ੍ਰੋਡਕਟ ਫੈਕਟਰਾਈਜੇਸ਼ਨ ਦੇ ਥਰੂ ਕਰ ਦਿਓ। ਦੇਖੋ ਪਹਿਲਾ ਕੁਐਸਚਨ ਕੀ ਹੈ, ਹਾਂਜੀ ਸਭ ਤੋਂ ਪਹਿਲੇ 2 ਤੇ ਗਿਆ ਬੇਟਾ 70, ਫਿਰ 2 ਤੇ 35, 5 ਫਿਰ 7 ਐਂਡ 7 1 जा 7। ਤਾਂ ਬੇਟਾ ਜਿਹੜੇ ਆ ਸਾਰੇ ਨੰਬਰ ਨੇ ਇਹ ਪ੍ਰਾਈਮ ਨੰਬਰ ਨੇ। ਬਸ ਤੁਸੀਂ ਕੀ ਕਰ ਦੇਣਾ, ਇਹਨਾਂ ਪ੍ਰਾਈਮ ਨੰਬਰ ਨੂੰ ਪ੍ਰੋਡਕਟ 'ਚ ਲਿਖਣਾ। ਬਸ ਇਹਨੇ ਇਹੀ ਤਾਂ ਪੁੱਛਿਆ ਹੋਇਆ। ਤਾਂ 140 ਨੂੰ ਕੀ ਲਿਖ ਸਕਦੇ ਹਾਂ ਅਸੀਂ, 2 × 2 × 5 × 7। ਤਾਂ 2 ਦੀ ਪਾਵਰ 2 ਹੋ ਗਈ ਬੇਟਾ ਦੇਖੋ, ਔਰ 5 × 7। ਇਹ ਅੱਗੇ ਜਾ ਕੇ ਐਸਐਫ ਐਲਸੀਐਮ 'ਚ ਹੈਲਪ ਮਿਲਦੀ ਹੈ। ਤਾਂ ਸਾਨੂੰ ਫੈਕਟਰਾਈਜੇਸ਼ਨ ਆਉਣੀ ਚਾਹੀਦੀ ਹੈ। ਇੱਦਾਂ ਹੀ ਬਾਕੀ ਸਵਾਲ ਨੇ 156 ਹੋ ਗਿਆ ਬੇਟਾ, ਠੀਕ ਹੈ 3825 ਹੋ ਗਿਆ। ਇਹ ਸਾਰਿਆਂ ਨੂੰ ਬਸ ਇੱਦਾਂ ਫੈਕਟਰਾਈਜ਼ ਕਰਨਾ ਹੈ, ਕੋਈ ਟਫ ਨਹੀਂ ਹੈਗਾ। ਨੋਰਮਲੀ ਉਹਨੂੰ ਬਸ ਫੈਕਟਰਾਂ 'ਚ ਲਿਖਣਾ ਹੈ। ਠੀਕ ਹੈ ਜੀ, ਇਹ ਪਹਿਲਾ ਪਾਰਟ ਹੈ ਆਪਣਾ। ਉਸ ਤੋਂ ਬਾਅਦ ਸਿਮਿਲਰਲੀ ਸੈਕਿੰਡ ਪਾਰਟ ਹੈ ਜੀ, ਜਿਹੜਾ ਅਸੀਂ ਪਹਿਲਾਂ ਵਾਲੀ ਵੀਡੀਓ 'ਚ ਡਿਸਕਸ਼ਨ, ਫਾਈਂਡ ਐਲਸੀਐਮ ਐਂਡ ਐਚਸੀਐਫ। ਠੀਕ ਹੈ ਜੀ, ਅਸੀਂ ਐਚਸੀਐਫ ਤੇ ਐਲਸੀਐਮ ਫਾਈਂਡ ਕਰਨਾ ਹੈ। ਤੇ ਮੈਂ ਆਪਾਂ ਪਹਿਲਾਂ ਹੀ ਫਾਰਮੂਲਾ ਡਿਸਕਸ਼ਨ ਕੀਤਾ ਸੀ, ਐਲਸੀਐਮ ਇਨਟੂ ਐਚਸੀਐਫ ਇਜ਼ ਇਕੁਅਲ ਟੂ ਪ੍ਰੋਡਕਟ ਆਫ 2 ਨੰਬਰਸ। ਇਹ ਸਿਰਫ 2 ਨੰਬਰਾਂ ਵਾਸਤੇ ਫਾਰਮੂਲਾ ਹੁੰਦਾ ਜੀ। ਦੇਖੋ ਤੁਹਾਨੂੰ ਸਭ ਤੋਂ ਪਹਿਲਾ ਕੁਐਸਚਨ ਹੈ ਸੈਕਿੰਡ ਪਾਰਟ ਦੇ ਵਿੱਚ, ਉਹ ਹੈਗਾ ਜੀ 26 ਐਂਡ 91। ਠੀਕ ਹੈ ਜੀ, 26 ਐਂਡ 91। ਠੀਕ ਹੈ, ਹੁਣ 26 ਨੂੰ ਕੀ ਲਿਖ ਸਕਦੇ ਹਾਂ, ਦੇਖੋ 26 ਨੂੰ ਅਸੀਂ ਲਿਖ ਸਕਦੇ ਹਾਂ ਜੀ ਬਸ ਉੱਦਾਂ ਫੈਕਟਰਾਈਜੇਸ਼ਨ ਨਹੀਂ ਹੈ। ਹੁਣ ਇੰਨੇ ਛੋਟੇ ਦੀ ਨਹੀਂ ਕਰਾਂਗੇ, ਉਹ ਸਾਨੂੰ ਪਤਾ ਹੋਣਾ ਚਾਹੀਦਾ 2 × 13। ਤੇ 91 ਨੂੰ ਕੀ ਲਿਖ ਸਕਦੇ ਹਾਂ ਅਸੀਂ, 7 × 13। ਠੀਕ ਹੈ ਜੀ, ਤਾਂ ਹੁਣ ਐਸਐਫ ਐਲਸੀਐਮ ਦਾ ਕੀ ਹਿਸਾਬ ਹੈ, ਦੇਖੋ ਧਿਆਨ ਨਾਲ ਸੁਣੋ। ਐਸਐਫ ਕੀ ਹੁੰਦਾ, ਸਭ ਤੋਂ ਪਹਿਲਾਂ ਇਹ ਦੇਖੋ ਕਿ ਇਸ ਕੁਐਸਚਨ ਦੇ ਵਿੱਚ ਕਾਮਨ ਕੀ ਹੈ। ਇਸ ਕੁਐਸਚਨ 'ਚ ਕਾਮਨ ਕੀ ਹੈ, ਦੇਖੋ 13 ਕਾਮਨ ਹੈ ਤਾਂ ਬੇਟਾ 13 ਲਿਖ ਲਓ। ਠੀਕ ਹੈ, ਤੇ ਦੋਨਾਂ ਦੇ ਪਾਵਰ 1 1 ਹੈ। ਬਾਈ ਚਾਂਸ ਇੱਕ ਦੀ ਪਾਵਰ 2 ਹੁੰਦੀ ਤਾਂ ਤੁਸੀਂ ਛੋਟੀ ਪਾਵਰ ਲੈਣੀ ਹੈ, ਲੋਐਸਟ ਪਾਵਰ ਲੈਣੀ ਹੈ, ਤਾਂ ਤੁਹਾਡਾ ਆਨਸਰ ਕੀ ਆ ਗਿਆ 13 ਆ। ਹੁਣ ਅਸੀਂ ਗੱਲ ਕਰਦੇ ਹਾਂ ਐਲਸੀਐਮ ਦੀ। ਐਲਸੀਐਮ ਕੀ ਹੁੰਦਾ ਹੈਗਾ, ਇੱਥੇ ਦੇਖੋ ਕਿਹੜੇ ਕਿਹੜੇ ਨੰਬਰ ਕਿਹੜੇ ਕਿਹੜੇ ਆਏ ਨੇ, ਦੇਖੋ 2 ਵੀ ਆਇਆ, 7 ਵੀ ਆਇਆ, 13 ਵੀ ਆਇਆ। ਤਾਂ ਸਾਰੇ ਲਿਖ ਲਓ ਪਹਿਲਾਂ, ਤਾਂ ਜਿਹੜੇ ਆਏ ਉਹਨਾਂ ਨੂੰ ਸਾਰਿਆਂ ਨੂੰ ਮਲਟੀਪਲਾਈ 'ਚ ਲਿਖ ਲਓ। ਤੇ ਸਭ ਤੋਂ ਵੱਡੀ ਪਾਵਰ ਲੈਣੀ। ਹੁਣ 2 ਦੀ ਪਾਵਰ ਕੀ ਹੈ, ਇੱਥੇ ਇੱਕੇ ਪਾਵਰ ਬਸ ਇੱਕੇ ਰਹੂਗੀ। 7 ਦੀ ਪਾਵਰ ਵੀ ਇੱਕ ਹੀ ਹੈ ਤਾਂ ਇੱਕ ਹੀ ਰਹੂਗੀ। 13 ਦੀ ਪਾਵਰ ਵੀ ਇੱਕ ਹੈ ਤਾਂ ਇੱਕ ਹੀ ਰਹੂਗੀ। ਠੀਕ ਹੈ ਜੀ, ਸਿੰਪਲ ਇਹਨੂੰ ਮਲਟੀਪਲਾਈ ਕਰ ਦਿਓ, 9182 ਤੁਹਾਡਾ ਐਲਸੀਐਮ ਆ ਗਿਆ ਜੀ। ਠੀਕ ਹੈ, ਬਿਲਕੁਲ ਈਜ਼ੀ ਵੇ ਨਾਲ ਬਸ ਪਹਿਲਾਂ ਫੈਕਟਰਾਈਜ਼ ਕਰ ਦਿਓ। ਫਿਰ ਐਚਸੀਐਫ ਕਿਵੇਂ ਆਉਂਦਾ ਹੁੰਦਾ ਹੈ, ਕਾਮਨ ਲਿਖ ਲੈਣਾ ਹੈ, ਉਹਦੀ ਲੋਐਸਟ ਪਾਵਰ ਲਿਖ ਲੈਣੀ ਹੈ। ਤੇ ਐਲਸੀਐਮ ਦੇ ਵਿੱਚ ਸਾਰੇ ਨੰਬਰ ਲਿਖਣੇ ਹੁੰਦੇ ਆ ਤੇ ਉਹਨਾਂ ਦੀ ਹਾਈਐਸਟ ਪਾਵਰ ਲੈਣੀ ਹੁੰਦੀ ਹੈ। ਉਹਦੇ ਤਾਂ ਚਲੋ ਸਾਰਿਆਂ ਦੀ 1 1 ਹੀ ਸੀ, ਤਾਂ ਬਸ ਸਿੰਪਲ ਮਲਟੀਪਲਾਈ। ਇੱਦਾਂ ਹੀ ਬਾਕੀ ਪਾਰਟ ਨੇ ਜੀ। ਠੀਕ ਹੈ, ਇੱਕ ਕੁਐਸਚਨ ਹੋਰ ਕਰਕੇ ਦਿਖਾ ਦੇਣਾ ਤੁਹਾਨੂੰ, ਕੁਐਸਚਨ ਨੰਬਰ 2 ਕਰਕੇ ਦਿਖਾ ਦਿੰਦੇ। ਕੁਐਸਚਨ ਨੰਬਰ 2 ਹੈ ਜੀ 510 ਐਂਡ 92। ਧਿਆਨ ਨਾਲ ਦੇਖੋ। ਹੁਣ ਸਭ ਤੋਂ ਪਹਿਲਾਂ 510 ਨੂੰ ਫੈਕਟਰਾਈਜ਼ ਕਰਾਂਗੇ। ਦੇਖੋ 2 ਤੇ ਕਰਿਆ ਜੀ, ਕਿੰਨਾ ਆਇਆ 2 2 4 1 5। ਠੀਕ ਹੈ ਜੀ, ਦੈਨ ਕਿੰਨਾ ਆ ਗਿਆ 255। ਫਿਰ 2 ਤੇ ਕਰੇ, ਸੌਰੀ ਫਿਰ 5 ਤੇ ਹੋਣਾ ਜਿਸ ਤੋਂ ਬਾਅਦ 5 ਤੇ ਕਰਾਂਗੇ ਤਾਂ ਆਏਗਾ 51। ਫਿਰ 3 ਤੇ ਕਰਿਆ 17 3 जा 51, ਦੈਨ 17 ਲਾਸਟ ਹੈ। ਉਸ ਤੋਂ ਬਾਅਦ ਕਰਾਂਗੇ ਸੇਮ ਵੇ ਨਾਲ 92 ਦਾ। 2 ਤੇ ਕਰਿਆ ਕੀ ਆਇਆ ਬੇਟਾ 46 ਆ ਗਿਆ। ਫਿਰ 2 ਤੇ ਕਰਿਆ ਕੀ ਆ ਗਿਆ 23। ਫਿਰ ਲਾਸਟ 23 ਦਾ ਪ੍ਰਾਈਮ, ਸੋ ਫਾਈਨਲ। ਸੋ 92 ਨੂੰ ਕੀ ਲਿਖ ਸਕਦੇ ਹਾਂ ਜੀ, 92 ਨੂੰ ਲਿਖ ਸਕਦੇ ਹਾਂ 2 ਦੀ ਪਾਵਰ, ਦੇਖੋ 2 ਵਾਰ ਆ ਗਿਆ 2 ਦੀ ਪਾਵਰ 2 23। ਤੇ 510 ਨੂੰ ਕੀ ਲਿਖ ਸਕਦੇ ਹਾਂ ਬੇਟਾ ਆਪਾਂ 2 × 5 × 3 × 17। ਠੀਕ ਹੈ, ਹੁਣ ਅਸੀਂ ਕੀ ਦੇਖਾਂਗੇ, ਸਿੰਪਲ ਅਸੀਂ ਐਚਸੀਐਫ ਦੇਖਾਂਗੇ। ਹੁਣ ਮੈਨੂੰ ਇਹ ਦੱਸੋ ਕਿ ਐਚਸੀਐਫ ਦੇਖੋ ਧਿਆਨ ਨਾਲ, ਇੱਥੇ ਕਾਮਨ ਕੀ ਆ ਰਿਹਾ, ਸਾਰੇ ਕੁਝ 2 ਕਾਮਨ ਆ ਰਿਹਾ ਨਾ, ਹੋਰ ਕੁਝ ਵੀ ਨਹੀਂ ਆ ਰਿਹਾ। ਤੇ ਇੱਥੇ 2 ਦੀ ਪਾਵਰ 1 ਹੈ, ਇੱਥੇ 2 ਦੀ ਪਾਵਰ 2 ਹੈ। ਛੋਟੀ ਪਾਵਰ ਕਿਹੜੀ ਹੈ ਜੀ 1, ਤਾਂ ਤੁਹਾਡਾ ਐਚਸੀਐਫ ਕੀ ਆ ਗਿਆ 2 ਦੀ ਪਾਵਰ 1 ਮਤਲਬ 2 ਆ ਗਿਆ। ਠੀਕ ਹੈ ਜੀ, ਐਲਸੀਐਮ ਕੀ ਹੁੰਦਾ ਹੈ, ਐਲਸੀਐਮ ਵਾਸਤੇ ਨੰਬਰ ਸਾਰੇ ਲੈਣੇ ਹੁੰਦੇ ਨੇ। ਸਾਡੇ ਸਵਾਲ 'ਚ ਦੇਖੋ 2 ਵੀ ਆਇਆ, 23 ਵੀ ਆਇਆ, 3 ਵੀ ਆਇਆ, 5 ਵੀ ਆਇਆ, 7 ਸਾਰੇ ਲਿਖ ਲਓ।
2 भी लिख लो, 23 भी लिख लो, 17 भी लिख लो, 5 भी लिख लो, 3 भी ਲਿਖ ਲਓ। ਸਭ ਤੋਂ ਬਸ ਸਾਰਿਆਂ ਦੀ ਵੱਡੀ ਵੱਡੀ ਪਾਵਰ ਲੈਣੀ ਹੈ। ਹੁਣ ਇੱਥੇ ਦੇਖੋ 2 ਦੀ ਪਾਵਰ ਦੇਖੋ ਸਵਾਲ 'ਚ ਕਿਹੜੀ ਵੱਡੀ ਚੱਲ ਰਹੀ ਹੈ, ਉਰੇ 1 ਹੈ ਉਰੇ 2 ਹੈ, ਉਰੇ 2 ਲਿਖ ਦਿਓ। 23 ਬਸ ਬਾਕੀ ਤਾਂ ਸਾਰਿਆਂ ਦੀ ਸਿੰਗਲ ਸਿੰਗਲ ਹੈ, ਇਹਨੂੰ ਤੁਸੀਂ ਆਨਸਰ ਬਸ ਕੀ ਕਰਨਾ, ਜਸਟ ਸਿੰਪਲ ਮਲਟੀਪਲੀਕੇਸ਼ਨ ਕਰਨੀ ਹੈ ਤੇ ਤੁਹਾਡਾ ਆਨਸਰ ਆ ਜਾਊਗਾ ਐਲਸੀਐਮ ਦਾ। ਠੀਕ ਹੈ ਜੀ। ਉਸ ਤੋਂ ਬਾਅਦ ਸਿਮਿਲਰਲੀ ਹੁਣ ਆਪਾਂ ਗੱਲ ਕਰਦੇ ਹਾਂ ਥਰਡ ਪਾਰਟ ਦੀ। ਸਿਮਿਲਰਲੀ ਐਚਸੀਐਫ ਐਲਸੀਐਮ ਆਪਾਂ ਹੁਣ 3 ਨੰਬਰਾਂ ਵਾਲਾ ਦੇਖਾਂਗੇ, 2 ਵਾਲਾ ਸੀ। ਠੀਕ ਹੈ ਜੀ। ਸਾਡਾ ਥਰਡ ਦੇ ਵਿੱਚ ਫਸਟ ਪਾਰਟ ਹੈਗਾ 12 15 21। ਠੀਕ ਹੈ ਜੀ। ਹੁਣ ਸਭ ਨੂੰ ਪਤਾ ਕਿ 12 ਨੂੰ ਕੀ ਲਿਖ ਸਕਦੇ ਹਾਂ ਅਸੀਂ 4 × 3 ਤੇ 4 ਨੂੰ ਕੀ ਲਿਖ ਸਕਦੇ ਹਾਂ 2 ਦੀ ਪਾਵਰ 2 × 3। 15 ਨੂੰ ਕੀ ਲਿਖ 15 ਨੂੰ ਕੀ ਲਿਖ ਸਕਦੇ ਹਾਂ ਜੀ ਅਸੀਂ 5 × 3। 21 ਨੂੰ ਕੀ ਲਿਖ ਸਕਦੇ ਹਾਂ ਜੀ ਅਸੀਂ 3 × 7। ਹੁਣ ਦੇਖੋ ਐਚਸੀਐਫ ਕੀ ਆਊਗਾ, ਹੁਣ ਐਚਸੀਐਫ ਕੀ ਆਊਗਾ ਆਹ ਤਿੰਨ, ਹੁਣ ਤਿੰਨਾਂ 'ਚ ਦੇਖਣਾ ਬੇਟਾ, ਆਹ ਤਿੰਨਾਂ ਨੰਬਰਾਂ ਦੇ ਵਿੱਚ ਦੇਖੋ ਕੀ ਆ ਰਿਹਾ, ਕਾਮਨ ਕੀ ਆ ਰਿਹਾ ਸਿਰਫ ਔਰ ਸਿਰਫ 3। ਤਾਂ ਆਨਸਰ ਇਹੀ ਹੈ ਕਿਉਂਕਿ ਲੋਐਸਟ ਪਾਵਰ ਸਭ ਦੀ 1 ਚੱਲ ਰਹੀ ਹੈ ਤਾਂ 1 ਹੀ ਆ ਗਿਆ। ਠੀਕ ਹੈ। ਹੁਣ ਐਲਸੀਐਮ ਕੀ ਆ ਰਿਹਾ ਸੋਚੋ, ਸਾਰੇ ਨੰਬਰ ਦੇਖੋ ਕਿਹੜੇ ਕਿਹੜੇ ਆਏ ਨੇ। 2 ਵੀ ਆਇਆ ਸਾਡੇ ਸਵਾਲ 'ਚ, ਸਾਡੇ ਸਵਾਲ 'ਚ 3 ਵੀ ਆਇਆ, ਸਾਡੇ ਸਵਾਲ 'ਚ 5 ਵੀ ਆਇਆ, 7 ਵੀ ਆਇਆ। 2 ਦੀ ਵੱਡੀ ਪਾਵਰ ਦੇਖੋ ਕਿਹੜੀ ਚੱਲ ਰਹੀ ਹੈ, 1 ਹੈ, 2 ਦੀ ਪਾਵਰ 2 ਲਿਖ ਦਿਓ। 3 ਦੀ ਉਹੀ ਚੱਲ ਰਹੀ ਹੈ, 5 ਦੀ ਵੀ ਸਿੰਪਲ ਹੈ, ਬਸ ਜਸਟ ਮਲਟੀਪਲੀਕੇਸ਼ਨ ਕਰਨੀ ਹੈ। 4 3 12। ਠੀਕ ਹੈ ਜੀ। 12 5 60 ਐਂਡ 60 ਕਿੰਨਾ ਆ ਗਿਆ ਜੀ ਉਹਦਾ ਮਲਟੀਪਲੀਕੇਸ਼ਨ ਕਰਕੇ ਕੀ ਆ ਗਿਆ 420 ਆ ਗਿਆ। ਇੱਦਾਂ ਹੀ ਬਾਕੀ ਪਾਰਟ ਨੇ, ਤੁਸੀਂ ਐਵੇਂ ਹੀ ਕਰਨਾ ਫੈਕਟਰਾਈਜ਼ ਕਰਕੇ। ਐਚਸੀਐਫ ਤੇ ਐਲਸੀਐਮ ਦਾ ਇਹੀ ਤਰੀਕਾ ਹੈ ਜੀ। ਠੀਕ ਆ। ਹੁਣ ਬਾਈ ਚਾਂਸ ਕੱਲ ਨੂੰ ਕੁਝ ਵੀ ਕਾਮਨ ਆਵੇ ਬੇਟਾ, ਕੋਈ ਹੈ ਸਵਾਲ ਆ ਜੀ, ਤਾਂ ਐਚਸੀਐਫ ਕੀ ਲੈਣੇ ਹੁੰਦੇ ਅਸੀਂ 1 ਲੈਣੇ ਹੁੰਦੇ, ਯਾਦ ਰੱਖਿਓ। ਜੇ ਕੁਝ ਵੀ ਕਾਮਨ ਨਾ ਆਵੇ ਤਾਂ ਐਚਸੀਐਫ ਕੀ ਆਊਗਾ 1 ਆਊਗਾ। ਐਲਸੀਐਮ ਕਦੇ ਵੀ 1 ਨਹੀਂ ਆਊਗਾ, ਇਹ ਧਿਆਨ ਰੱਖਿਓ। ਠੀਕ ਹੈ ਜੀ। ਉਸ ਤੋਂ ਬਾਅਦ ਚੌਥਾ ਪਾਰਟ, ਫੋਰਥ ਪਾਰਟ ਦੇਖੋ ਜੀ ਕੀ ਹੈ। ਹਾਂਜੀ, ਫੋਰਥ ਕੁਐਸਚਨ ਹੈ ਐਚਸੀਐਫ ਦਿੱਤਾ ਹੋਇਆ ਜੀ 2 ਨੰਬਰ ਦਾ। ਆਹ ਜਿਹੜੇ ਨੰਬਰ ਆਪਣੇ ਦੋਨੋਂ ਨੰਬਰ ਹੈ 306 ਤੇ 657। ਐਚਸੀਐਫ ਕਿੰਨਾ 9 ਗਿਵਨ ਹੈ, ਐਲਸੀਐਮ ਸਾਨੂੰ ਫਾਈਂਡ ਕਰਨਾ ਹੈ ਜੀ। ਠੀਕ ਹੈ। ਤੇ ਹੁਣ ਦੇਖੋ ਅਸੀਂ ਫਾਰਮੂਲਾ ਕੀ ਪੜ੍ਹਿਆ, ਐਚਸੀਐਫ ਇਨਟੂ ਐਲਸੀਐਮ ਇਜ਼ ਇਕੁਅਲ ਟੂ ਪ੍ਰੋਡਕਟ ਆਫ 2 ਨੰਬਰਸ। ਠੀਕ ਹੈ ਜੀ। ਹੁਣ ਐਚਸੀਐਫ ਕਿੰਨਾ ਦੇਖੋ ਕੁਐਸਚਨ 'ਚ 9, ਐਲਸੀਐਮ ਅਸੀਂ ਕੱਢਣਾ ਹੈ। ਹੁਣ ਇੱਥੇ ਬੱਚੇ ਨੂੰ ਕਨਫਿਊਜ਼ ਹੋ ਜਾਂਦੇ ਨੇ ਵੀ 2 ਨੰਬਰ ਕਿਹੜੇ ਨੇ, ਉਹ ਬੇਟਾ ਆਹੀ ਨੇ ਜਿਹੜੇ ਬ੍ਰੈਕਟ 'ਚ ਲਿਖੇ ਹੋਏ ਨੇ 306 × 657। ਤਾਂ ਬੇਟਾ ਹੁਣ ਕੀ ਕਰਾਂਗੇ ਅਸੀਂ 9 ਸ਼ਿਫਟ ਹੋ ਕੇ ਰਾਈਟ ਸਾਈਡ ਆ ਜਾਏਗਾ। ਠੀਕ ਹੈ 9। ਉਸ ਤੋਂ ਬਾਅਦ ਕੀ ਕਰਨਾ ਆਪਾਂ ਇਸ ਨੂੰ 9 ਨੂੰ ਪਹਿਲੇ ਕੈਂਸਲ ਕਰਾਂਗੇ। ਠੀਕ ਹੈ ਜੀ। ਦੇਖੋ 9 ਨੂੰ ਕੈਂਸਲ ਕਰਿਆ, 9 3 27, 3 36 ਕਿੰਨਾ ਆ ਗਿਆ ਜੀ 34। ਫਿਰ ਤੁਸੀਂ 34 ਨੂੰ ਜਦੋਂ 657 ਨਾਲ ਮਲਟੀਪਲਾਈ ਕਰੋਗੇ ਤਾਂ ਤੁਹਾਡਾ ਆਨਸਰ ਆ ਜਾਊਗਾ ਜੀ 22338। ਇਹ ਤੁਹਾਡਾ ਆਨਸਰ ਆ ਜਾਊਗਾ ਮਲਟੀਪਲਾਈ ਕਰਕੇ। ਅਗਲਾ ਕੁਐਸਚਨ, 5th ਨੰਬਰ ਕੁਐਸਚਨ ਦੇਖੋ ਕੀ ਹੈ ਜੀ। ਤੁਸੀਂ ਚੈੱਕ ਕਰਨਾ ਬੇਟਾ, ਚੈੱਕ ਵੈਦਰ 6n can end with the digit 0 for any natural number n। ਠੀਕ ਹੈ। ਤੁਹਾਨੂੰ ਇਹ ਕੁਐਸਚਨ ਪੁੱਛਿਆ ਕੀ ਹੈ, ਕਹਿੰਦੇ ਇਹ ਚੈੱਕ ਕਰੋ ਵੀ ਜਿਹੜਾ 6 ਦੀ ਪਾਵਰ n ਹੈ ਨਾ ਵੀ ਉਹ 0 ਨਾਲ ਐਂਡ ਹੋ ਸਕਦਾ ਕਦੇ ਵੀ। ਦੇਖੋ ਸਿੰਪਲ ਜੀ ਗੱਲ ਕਰਦੇ ਆਪਾਂ ਪਹਿਲੇ, ਮੰਨ ਲਓ 6 ਦੀ ਪਾਵਰ 1 ਹੁੰਦੀ ਤਾਂ ਆਨਸਰ ਕੀ ਆਉਂਦਾ 6। ਐਗਜ਼ਾਮਪਲ ਲੈ ਲਓ 6 ਦੀ ਪਾਵਰ 2 ਹੁੰਦੀ ਤਾਂ ਆਨਸਰ ਕੀ ਆਉਂਦਾ 36। 6 ਦੀ ਪਾਵਰ 3 ਹੁੰਦੀ ਆਨਸਰ ਕੀ ਆਉਂਦਾ 216। ਇਹ n ਦਾ ਮਤਲਬ ਇਹੀ ਹੈ ਵੀ ਤੁਸੀਂ ਕੁਝ ਵੀ n ਨੂੰ ਭਰੀਓ ਤੁਹਾਡਾ ਆਨਸਰ ਕੀ ਆਉਂਦਾ, ਕਹਿੰਦਾ 0 ਨਾਲ ਐਂਡ ਕਰੂਗਾ। ਦੇਖੋ ਤੁਸੀਂ ਕਿੰਨਾ ਮਰਜ਼ੀ ਜੋ ਮਰਜ਼ੀ ਤੁਸੀਂ ਪਾਵਰ ਲਈਓ 6 ਦੀ ਪਾਵਰ 4 ਕਦੇ ਵੀ ਤੁਹਾਡੇ ਐਂਡ ਤੇ 0 ਨਹੀਂ ਆਊਗਾ ਜਦੋਂ 6 ਦੀ ਪਾਵਰ ਹਮੇਸ਼ਾ ਪਿੱਛੇ ਕੀ ਆ ਰਿਹਾ 6। ਪਰ ਅਸੀਂ ਇਹ ਚਲੋ ਸਾਨੂੰ ਵੈਸੇ ਪਤਾ ਹੈ ਨਾ ਇਸ ਗੱਲ ਦਾ, ਪਰ ਲਿਖਾਂਗੇ ਕਿਵੇਂ, ਗੱਲ ਯਾਦ ਰੱਖਿਓ 0 ਨਾਲ ਉਹ ਨੰਬਰ ਹੀ ਐਂਡ ਕਰੂਗਾ ਜਿਹੜੇ ਨੰਬਰ ਦੇ ਵਿੱਚ ਫੈਕਟਰ ਕੀ ਹੋਣਗੇ। ਦੇਖੋ ਇੱਧਰ ਦੇਖੋ, ਮੰਨ ਲਓ ਕੋਈ ਨੰਬਰ ਮੰਨ ਲਓ 10 ਹੈ, ਇਹਦੇ ਵਿੱਚ 0 ਸਾਨੂੰ ਪਤਾ ਇਸ ਗੱਲ ਦਾ, ਤਾਂ 10 ਹੈ ਉਹਦੇ ਵਿੱਚ ਫੈਕਟਰ ਕੀ ਆ ਗਈ 2 ਦੀ ਪਾਵਰ 2 × 5। ਮੰਨ ਲਓ 20 ਹੈ, 20 ਨੂੰ ਫੈਕਟਰਾਈਜ਼ ਕਰੀਏ ਤਾਂ ਕੀ ਆਊ ਬੇਟਾ 2 × 2 × 5। ਦੇਖੋ ਇਹਦੇ ਵਿੱਚ ਵੀ ਕੀ ਆ ਗਿਆ 2 × 5 ਆ ਗਿਆ। ਮਤਲਬ ਮੈਂ ਕਹਿ ਰਿਹਾ ਕਿ ਕੋਈ ਵੀ ਨੰਬਰ 0 ਨਾਲ ਐਂਡ ਜਿਹੜਾ ਕਰੇਗਾ ਉਹਦੇ ਵਿੱਚ ਫੈਕਟਰ ਕਿਹੜੇ ਹੋਣੇ ਜ਼ਰੂਰੀ ਨੇ 2 × 5 ਦਾ ਹੋਣਾ ਜ਼ਰੂਰੀ ਹੈ। ਜੇ ਇਹ ਨਹੀਂ ਹੈਗੇ ਤਾਂ ਉਹ ਨੰਬਰ ਕਦੇ ਵੀ ਐਂਡ ਨਹੀਂ ਕਰੂਗਾ 0 ਦੇ ਨਾਲ। ਠੀਕ ਹੈ ਜੀ। ਹੁਣ ਆਪਾਂ ਗੱਲ ਕਿਹਦੀ ਕਰ ਰਹੇ ਹਾਂ 6 ਦੀ ਪਾਵਰ n ਦੀ। ਤੁਸੀਂ 6 ਨੂੰ ਹੀ ਫੈਕਟਰਾਈਜ਼ ਕਰੋ, ਦੇਖੋ ਕੀ ਆ ਰਹੇਗਾ 2 × 3 ਆ ਰਹੇਗਾ। 6 ਨੂੰ ਫੈਕਟਰਾਈਜ਼ ਕਰਿਆ ਤਾਂ ਕੀ ਆ ਰਿਹਾ ਬੇਟਾ 2 × 3 ਆ ਰਿਹਾ ਹੈ। ਪਰ ਸਾਨੂੰ 0 ਐਂਡ ਕਰਨ ਦੇ ਲਈ ਕੀ ਮਿਲਣਾ ਚਾਹੀਦਾ ਹੈ 2 × 5 ਮਿਲਣਾ ਚਾਹੀਦਾ, ਜੋ ਮੈਂ ਪਹਿਲਾਂ ਹੀ ਕਹਿਤਾ। 100 ਲੈ ਲਓ ਤੁਸੀਂ, 100 ਦੇ ਵਿੱਚ ਕੀ ਆਊਗਾ 2 × 5 2 × 5 ਆ ਜਾਊਗਾ। ਠੀਕ ਹੈ।
ਹੋਰ ਕਿਸੇ ਵੀ ਨੰਬਰ ਦੇ ਵਿੱਚ ਜ਼ੀਰੋ ਕਦੇ ਨਹੀਂ ਆਊਗੀ ਜਿੰਨਾ ਚਿਰ ਇਹ ਫੈਕਟਰ ਨਹੀਂ ਆਉਂਦੇ। ਠੀਕ ਹੈ, ਇਹਦਾ ਮਤਲਬ ਇਹ ਹੋਇਆ ਵੀ ਸਾਨੂੰ 6 ਦੀ ਪਾਵਰ n ਹੈ ਜਿਹੜਾ ਕੈਨ ਨਾਟ ਐਂਡ ਵਿਦ ਜ਼ੀਰੋ because it does not contain 2 into 5 ਫੈਕਟਰ। ਕਲੀਅਰ ਹੈ ਜੀ, ਕਿਉਂਕਿ 6 ਨੂੰ ਅਸੀਂ 2 into 3 ਲਿਖ ਸਕਦੇ ਹਾਂ, ਪਰ ਉਹਦੇ ਲਈ ਕੀ ਹੋਣਾ ਚਾਹੀਦਾ 2 into 5 ਹੋਣਾ ਜ਼ਰੂਰੀ ਹੈ। ਇਸ ਤਰੀਕੇ ਨਾਲ ਕੁਐਸਚਨ ਤੁਹਾਨੂੰ 8 ਦੀ ਪਾਵਰ n ਵੀ ਆ ਜਾਂਦਾ ਹੈ, 12 ਦੀ ਪਾਵਰ n ਵੀ ਆ ਜਾਂਦਾ ਹੈ। ਤਾਂ ਜਿਹਨੂੰ ਇਹ ਪਤਾ ਹੈ ਬਸ ਵੀ 0 ਐਂਡ ਹੋਣ ਵਾਸਤੇ ਆ ਹੋਣਾ ਜ਼ਰੂਰੀ ਹੈ, ਬਸ ਫੈਕਟਰਾਈਜ਼ ਕਰਦਾ ਕਰੋ, ਵੈਰੀ ਈਜ਼ੀ। ਕੱਲ ਨੂੰ ਕੁਐਸਚਨ 'ਚ ਤੁਹਾਨੂੰ 12 ਦੀ ਪਾਵਰ n ਵੀ ਆ ਸਕਦਾ, ਨੋ ਡਾਊਟ। ਠੀਕ ਹੈ ਜੀ, ਕਲੀਅਰ। ਚਲੋ ਉਸ ਤੋਂ ਬਾਅਦ ਗੱਲ ਕਰਦੇ ਹਾਂ ਜੀ ਅਸੀਂ ਕੁਐਸਚਨ ਨੰਬਰ 6 ਦੀ। ਕੁਐਸਚਨ ਨੰਬਰ 6 ਦੀ 6 ਨੰਬਰ ਕੀ ਹੈ ਜੀ, ਐਕਸਪਲੇਨ ਕਰਨਾ ਜੀ ਅਸੀਂ, ਐਕਸਪਲੇਨ ਕਰਨਾ ਹੈ ਬਾਈ 7 into 11 multiply 13 plus 13। ਠੀਕ ਹੈ ਜੀ, ਐਂਡ 7 multiply 6 multiply 5 multiply 4 multiply 3 multiply 2 multiply 1 plus 5 are composite number। ਕਿ ਇਹ ਨੰਬਰ ਕੀ ਨੇ ਜੀ, ਕੰਪੋਜ਼ਿਟ ਨੰਬਰ ਨੇ। ਪਹਿਲੀ ਗੱਲ ਤਾਂ ਤੁਹਾਨੂੰ ਇਹ ਪਤਾ ਹੋਵੇ ਕੰਪੋਜ਼ਿਟ ਨੰਬਰ ਕੀ ਹੁੰਦੇ ਨੇ, ਇਹ ਸਾਰੇ ਬੱਚੇ ਨੋਟ ਕਰ ਲਓ। ਕੰਪੋਜ਼ਿਟ ਨੰਬਰ ਕੀ ਹੁੰਦੇ ਨੇ, ਕੰਪੋਜ਼ਿਟ ਨੰਬਰ ਕੀ ਹੁੰਦੇ ਨੇ, ਵੈਸੇ ਤਾਂ ਉਹ ਹੁੰਦੇ ਨੇ ਜਿਨ੍ਹਾਂ ਦੇ ਫੈਕਟਰ 2 ਤੋਂ ਜ਼ਿਆਦਾ ਹੁੰਦੇ ਆ। ਠੀਕ ਹੈ, ਇਹ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ। ਪ੍ਰਾਈਮ ਨੰਬਰ ਦਾ ਉਲਟਾ ਹੁੰਦਾ ਹੈ ਨਾ, ਪਹਿਲਾ ਕੰਪੋਜ਼ਿਟ ਨੰਬਰ 4 ਹੁੰਦਾ, ਸਭ ਨੂੰ ਪਤਾ ਹੋਵੇ। ਬਸ ਜਿਨ੍ਹਾਂ ਦੇ ਫੈਕਟਰ 2 ਤੋਂ ਜ਼ਿਆਦਾ ਹੋਣ, 3 4 ਜਿੰਨੇ ਵੀ। ਬਸ ਇੱਕ ਸਿੱਧੀ ਗੱਲ ਹੈ ਵੀ ਕੰਪੋਜ਼ਿਟ ਨੰਬਰ ਦੀ ਡੈਫੀਨੇਸ਼ਨ ਅਗਰ ਲਿਖਣੀ ਹੋਵੇ ਤਾਂ ਉਹ ਕੀ ਹੁੰਦੀ ਹੈ ਜੀ, ਪ੍ਰੋਡਕਟ ਆਫ ਦਾ ਪ੍ਰਾਈਮ ਫੈਕਟਰਸ। ਠੀਕ ਹੈ, ਮੰਨ ਲਓ ਆਪਾਂ ਸਿੱਧੀ ਜੀ ਗੱਲ ਕਰਦੇ ਹਾਂ, ਚਲੋ 4 ਲੈਂਦੇ ਆਪਾਂ। ਠੀਕ ਹੈ, 4 ਕੰਪੋਜ਼ਿਟ ਕਿਉਂ ਹੈ, ਕਿਉਂਕਿ ਇਹਨੂੰ ਅਸੀਂ 2 into 2 ਲਿਖ ਸਕਦੇ ਹਾਂ। ਤੇ ਜੇ 2 into 2 ਲਿਖ ਸਕਦੇ ਹਾਂ ਇਹਦਾ ਮਤਲਬ ਕੀ ਹੋਇਆ ਵੀ ਕੰਪੋਜ਼ਿਟ ਨੰਬਰ ਕੀ ਹੁੰਦੇ ਨੇ, ਹਮੇਸ਼ਾ ਪ੍ਰਾਈਮ ਨੰਬਰਾਂ ਦੇ ਜਾਂ ਪ੍ਰਾਈਮ ਫੈਕਟਰਾਂ ਦਾ ਪ੍ਰੋਡਕਟ ਹੁੰਦਾ, ਉਹ ਆਟੋਮੈਟਿਕਲੀ ਕੀ ਬਣ ਜਾਂਦਾ, ਕੰਪੋਜ਼ਿਟ ਬਣ ਜਾਂਦਾ। ਠੀਕ ਹੈ ਜੀ, ਤਾਂ ਹੁਣ ਆਪਾਂ ਇਹਨਾਂ ਨੂੰ ਕਰਨਾ, ਆਪਾਂ ਪਹਿਲਾਂ ਲੈਂਦੇ ਹਾਂ ਫਸਟ ਕੁਐਸਚਨ ਕੀ ਆਪਣਾ 7 into 11 into 13 plus 13 ਨੂੰ ਅਸੀਂ ਕੰਪੋਜ਼ਿਟ ਸ਼ੋ ਕਰਨਾ ਹੈ। ਦੇਖੋ ਇੱਥੇ ਮਲਟੀਪਲੀਕੇਸ਼ਨ, ਇੱਥੇ ਪਲੱਸ ਹੈ, ਤਾਂ ਪਲੱਸ ਤਾਂ ਖਤਮ ਕਰਨਾ ਪੈਣਾ। ਹੁਣ ਇਸ ਪੂਰੇ ਕੁਐਸਚਨ 'ਚ ਕਿੰਨੀਆਂ ਟਰਮਸ ਨੇ, ਦੇਖੋ 1 ਟਰਮ ਦਿਸ, 1 ਟਰਮ, ਟੋਟਲ 2 ਟਰਮਸ ਨੇ। ਕਾਮਨ ਆ ਸਾਰਾ, ਦੇਖੋ 13 ਕਾਮਨ ਆ ਗਿਆ, ਤਾਂ ਅੰਦਰ ਕੀ ਰਹਿ ਗਿਆ ਬ੍ਰੈਕਟ 7 into 11 ਪਲੱਸ ਇੱਥੇ ਦੇਖੋ 13 ਬਾਹਰ ਗਿਆ ਤਾਂ ਬੇਟਾ ਕੀ ਰਹਿ ਗਿਆ 1। ਠੀਕ ਹੈ, ਉਸ ਤੋਂ ਬਾਅਦ ਕੀ ਹੋਏਗਾ 7 into 11 ਕਿੰਨਾ ਹੁੰਦਾ ਜੀ 77। ਠੀਕ ਆ, ਤਾਂ 13 into ਕੀ ਆ ਗਿਆ ਬੇਟਾ 78 ਆ ਗਿਆ। ਦੇਖੋ 13 ਇਜ਼ ਅ ਪ੍ਰਾਈਮ ਬਟ 78 ਇਜ਼ ਅ ਕੰਪੋਜ਼ਿਟ। ਤਾਂ 78 ਨੂੰ ਬੇਟਾ ਅਸੀਂ ਦੇਖੋ ਐਦਾਂ ਲਿਖ ਸਕਦੇ ਹਾਂ, ਚੈੱਕ ਕਰੋ 78 ਨੂੰ ਅਗਰ ਮੈਂ ਦੇਖਾਂ 39 ਫਿਰ 3 ਤੇ ਕਰਾਂਗੇ ਜੀ 13, ਐਦਾਂ ਲਿਖ ਸਕਦੇ ਹਾਂ। ਇਹਦਾ ਮਤਲਬ ਇਹ ਹੋਇਆ, ਦੇਖੋ 13 ਤਾਂ ਪਹਿਲਾਂ ਹੀ ਆਪਣੇ ਪਾਸ, 13 ਆਪਣੇ ਕੋਲ ਪਹਿਲਾਂ ਹੀ ਹੈ ਨਾ, ਤੇ 78 ਨੂੰ ਕੀ ਲਿਖ ਸਕਦੇ ਹਾਂ ਅਸੀਂ 2 into 3 into 13। ਮਤਲਬ ਕਿ ਜਿਹੜੀ ਆਹ ਵਾਲੀ ਸਾਰੀ ਸਾਡੇ ਕੋਲੇ ਕੁਐਸਚਨ ਸੀ ਉਸ ਨੂੰ ਮੈਂ ਐਵੇਂ ਵੀ ਲਿਖ ਸਕਦਾ, ਕੋਈ ਫਰਕ ਨਹੀਂ ਪਿਆ, ਮੇਰਾ ਪਲੱਸ ਖਤਮ ਹੋ ਗਿਆ। ਸਾਰੇ ਕੀ ਆ ਗਏ ਪ੍ਰੋਡਕਟ 'ਚ, ਤੇ ਪ੍ਰੋਡਕਟ ਆਫ ਪ੍ਰਾਈਮ ਫੈਕਟਰ ਦੇਖੋ 13 2 3 13 ਸਾਰੇ ਕੀ ਨੇ ਇਹ ਪ੍ਰਾਈਮ ਨੰਬਰਾਂ ਦਾ ਪ੍ਰੋਡਕਟ ਕੀ ਹੁੰਦਾ ਜੀ ਕੰਪੋਜ਼ਿਟ। ਪ੍ਰੂਫ ਹੋ ਗਿਆ ਪਹਿਲਾ। ਐਦਾਂ ਹੀ ਅਸੀਂ ਫਿਰ ਦੂਸਰਾ ਨੰਬਰ ਦੱਸਾਂਗੇ। ਦੂਸਰਾ ਨੰਬਰ ਕੀ ਹੈ ਆਪਣੇ ਕੋਲੇ 7 into 6 into 5 into 4 into 3 into 2 into 1 plus 5। ਦੇਖੋ ਪਲੱਸ ਖਤਮ ਕਰਨਾ ਹੈ ਜੀ, ਤਾਂ ਦੇਖਣ 'ਚ ਪਤਾ ਲੱਗ ਰਿਹਾ ਕਿ 5 ਇਜ਼ ਅ ਕਾਮਨ। ਅਗਰ 5 ਕਾਮਨ ਹੈ ਤਾਂ ਅੰਦਰ ਕੀ ਰਹਿ ਗਿਆ ਦੇਖੋ ਬ੍ਰੈਕਟ 7 into 6 into 4 into 3 into 2 plus 1। ਠੀਕ ਹੈ, ਹੁਣ ਦੇਖੋ ਹੁਣ ਆਪਾਂ ਇਹਨੂੰ ਮਲਟੀਪਲਾਈ ਕਰਾਂਗੇ। ਹੁਣ ਇਹਨੂੰ ਆਪਾਂ ਕੀ ਕਰਾਂਗੇ ਬੇਟਾ ਮਲਟੀਪਲਾਈ 7 ਇਹਨੂੰ ਮਲਟੀਪਲਾਈ ਕਰੋ, ਦੇਖੋ 3 2 6 4 24 42 ਨੂੰ ਅਗਰ ਮੈਂ 24 ਨਾਲ ਮਲਟੀਪਲਾਈ ਕਰਾਂ 4 2 8 16 84 8 ਇਹ ਆ ਗਿਆ ਜੀ 1008 plus 1 ਆ ਗਿਆ। ਠੀਕ ਹੈ, ਇਹਦਾ ਮਤਲਬ ਕੀ ਹੋਇਆ, ਇਹ ਕੁਐਸਚਨ ਕੀ ਆਇਆ 5 ਦਾ ਬੇਟਾ ਕਾਮਨ ਹੀ ਆ ਗਿਆ ਸੀ, ਇਹ ਬਣ ਗਿਆ 1009। ਹੁਣ 5 ਇਜ਼ ਅ ਪ੍ਰਾਈਮ। ਹੁਣ 1009 ਸਾਨੂੰ ਨਹੀਂ ਪਤਾ ਕੀ ਹੈ, ਕੰਪੋਜ਼ਿਟ ਹੈ ਕਿ ਆਪਣੇ ਪਾਸ ਪ੍ਰਾਈਮ ਹੈ। ਤੁਸੀਂ ਇਹਨੂੰ ਇਦਾਂ ਸੇਮ ਵੇ ਨਾਲ ਫੈਕਟਰਾਈਜ਼ ਕਰੋਗੇ। ਮੈਨੂੰ ਇਹ ਲੱਗਦਾ ਹੈ ਕਿ ਅਗਰ ਤੁਸੀਂ ਇਹਨੂੰ ਫੈਕਟਰਾਈਜ਼ ਕਰਕੇ ਦੇਖੋ ਕਿਸੇ ਵੀ ਨੰਬਰ ਤੇ ਇਹ ਪ੍ਰਾਈਮ ਨੰਬਰ ਹੈ ਜੀ, ਧਿਆਨ ਰੱਖਿਓ ਇਹਨੂੰ ਤੁਸੀਂ ਕਰਕੇ ਦੇਖ ਲਓ। ਇਹ ਕਿਸੇ ਵੀ ਨੰਬਰ ਤੇ ਫੈਕਟਰਾਈਜ਼ ਨਹੀਂ ਹੁੰਦਾ, ਨਾ 2 ਤੇ ਨਾ 3 ਤੇ ਨਾ 5 ਤੇ, ਕਿਸੇ ਦੇ ਵੀ ਨਹੀਂ ਹੁੰਦਾ। ਤੇ ਜਦੋਂ ਪ੍ਰਾਈਮ ਨੰਬਰ ਆ ਗਏ ਦੋਨੋਂ, ਇਟ ਮੀਨਸ ਦੋਨੋਂ ਕਿ ਇਹ ਪੂਰਾ ਕੀ ਹੋ ਗਿਆ ਜੀ ਕੰਪੋਜ਼ਿਟ, ਕਿਉਂਕਿ ਇਸ ਸਾਰੀ ਚੀਜ਼ ਨੂੰ ਅਸੀਂ ਇਦਾਂ ਲਿਖ ਸਕਦੇ ਹਾਂ। ਤੇ ਜੇ ਇਦਾਂ ਲਿਖ ਸਕਦੇ ਹਾਂ ਤਾਂ ਇਹ ਦੋਨੇ ਕੀ ਨੇ ਪ੍ਰਾਈਮ, ਦੇਅਰਫੋਰ ਇਟ ਇਜ਼ ਕਾਲਡ ਕੰਪੋਜ਼ਿਟ ਨੰਬਰ। ਇਹ ਸੀ ਸਾਡਾ 6 ਨੰਬਰ ਕੁਐਸਚਨ। ਲਾਸਟ ਕੁਐਸਚਨ, ਹਾਂਜੀ ਲਾਸਟ ਕੁਐਸਚਨ ਹੈ ਆਪਣਾ 7 ਨੰਬਰ ਕੁਐਸਚਨ। ਸਾਰੇ ਬੇਟਾ ਇੱਕ ਵਾਰ ਧਿਆਨ ਨਾਲ ਦੇਖ ਲਿਓ 7 ਨੰਬਰ ਕੁਐਸਚਨ ਕੀ ਹੈ, ਮੈਂ ਬੋਲ ਦਿੰਦਾ। देयर इज अ सर्कुलर पाथ अराउंड अ स्पोर्ट्स फील्ड सोनिया डे। देखो सब तो पहले की है एक बेटा सर्कुलर पाथ है, ध्यान ਨਾਲ समझियो। मैं और दो केस बना के दिखा रहा, ठीक है। एक अपने पास की है इधर सोनिया
ਇੱਧਰ ਆਪਣੇ ਪਾਸ ਰਵੀ ਹੈ। ਇਹ ਕੀ ਕਹਿ ਰਿਹਾ, ਇੱਕ ਸਰਕੂਲਰ ਪਾਥ ਹੈ ਜੀ, ਜਿੱਥੇ ਕੀ ਕਰ ਰਹੀ ਹੈ ਸੋਨੀਆ 18 ਮਿੰਟ ਲੈ ਰਹੀ ਹੈ ਇਸ ਨੂੰ ਕੰਪਲੀਟ ਰਾਊਂਡ। ਮੰਨ ਲਓ ਇੱਥੋਂ ਸ਼ੁਰੂ ਕਰ ਰਹੀ ਹੈ ਸੋਨੀਆ, ਤਾਂ ਜਦੋਂ ਇਹ ਕੰਪਲੀਟ ਰਾਊਂਡ ਇਦਾਂ ਲਗਾਊਗੀ, ਇੱਕ ਰਾਊਂਡ ਪੂਰਾ ਹੋ ਗਿਆ, ਠੀਕ ਹੈ। ਇਹ ਰਾਊਂਡ ਇਹ 18 ਮਿੰਟਾਂ 'ਚ ਪੂਰਾ ਕਰਦੀ ਹੈ। ਸਿਮਿਲਰਲੀ ਰਵੀ ਨੇ ਮੰਨ ਲਓ ਇੱਥੋਂ ਸ਼ੁਰੂ ਕੀਤਾ, ਗਰਾਊਂਡ ਉਹੀ ਹੈ ਬੇਟਾ, ਮੈਂ 2 ਕੇਸ ਬਣਾ ਕੇ ਦਿਖਾ ਰਿਹਾ, ਗਰਾਊਂਡ ਉਹੀ ਹੈ, ਠੀਕ ਹੈ ਸੇਮ। ਇਹਨੇ ਕਿੰਨੇ ਟਾਈਮ 'ਚ ਪੂਰਾ ਕੀਤਾ ਬੇਟਾ, ਇਹਨੇ ਕੀਤਾ 12 ਮਿੰਟਾਂ 'ਚ, ਠੀਕ ਹੈ। ਇਹਨੇ ਹੀ ਬੋਲਿਆ ਕਿ ਅਗਰ ਸਪੋਜ਼ ਕਰ ਲਓ ਕਿ ਦੋਨੋਂ ਸੇਮ ਪੁਆਇੰਟ ਤੋਂ ਸ਼ੁਰੂ ਕਰਦੇ ਨੇ, ਸੇਮ ਡਾਇਰੈਕਸ਼ਨ ਤੋਂ ਸ਼ੁਰੂ ਕਰਦੇ ਨੇ, ਠੀਕ ਹੈ, ਸੇਮ ਟਾਈਮ, ਸੇਮ ਡਾਇਰੈਕਸ਼ਨ, ਸੇਮ ਪੁਆਇੰਟ, ਤਾਂ ਦੱਸੋ ਕਹਿੰਦਾ ਕਿੰਨੇ ਮਿੰਟਾਂ ਬਾਅਦ ਇਹ ਇਕੱਠੇ ਹੋ ਜਾਣਗੇ ਸਟਾਰਟਿੰਗ ਪੁਆਇੰਟ ਤੇ, ਠੀਕ ਹੈ। ਸਟਾਰਟਿੰਗ ਪੁਆਇੰਟ ਤੇ ਕਿੰਨੇ ਮਿੰਟ ਬਾਅਦ। ਜਦੋਂ ਵੀ ਕੁਐਸਚਨ ਆ ਗਿਆ ਜੀ ਯਾਦ ਰੱਖਣਾ ਮਿੰਟਸ ਬਾਅਦ, ਜਦੋਂ ਸਾਨੂੰ ਇਹ ਚੀਜ਼ ਬੋਲੀ ਗਈ ਹੈ ਤਾਂ ਮਤਲਬ ਨੰਬਰ ਵੱਡਾ ਹੋਏਗਾ। ਨੰਬਰ ਕੀ ਹੋਏਗਾ, ਵੱਡਾ ਹੋਏਗਾ। ਤੇ ਜੇ ਨੰਬਰ ਵੱਡਾ ਹੋਏਗਾ ਤਾਂ ਬਾਈ ਐਲਸੀਐਮ ਹੀ ਕੱਢ ਸਕਦੇ ਹਾਂ, ਕਿਉਂਕਿ ਐਚਸੀਐਫ ਤਾਂ ਛੋਟਾ ਹੁੰਦਾ ਹੈ। ਐਚਸੀਐਫ ਇਜ਼ ਅ ਫੈਕਟਰ ਆਫ ਐਲਸੀਐਮ, ਇਹ ਯਾਦ ਰੱਖਿਓ। ਐਚਸੀਐਫ ਹਮੇਸ਼ਾ ਕੀ ਹੁੰਦਾ, ਐਲਸੀਐਮ ਦਾ ਫੈਕਟਰ ਹੁੰਦਾ, ਦੇਅਰਫੋਰ ਐਲਸੀਐਮ ਵੱਡਾ ਹੁੰਦਾ ਹੈ। ਤੇ ਐਲਸੀਐਮ ਵੱਡਾ ਤਾਂ ਕਿਉਂਕਿ ਬਾਅਦ ਵਾਲੀ ਗੱਲ ਤਾਂ ਫਿਰ ਵੱਡੀ ਚੀਜ਼ ਹੋਈ, ਤੇ ਵੱਡੀ ਕੀ ਹੋਊਗੀ, ਐਲਸੀਐਮ ਦੇ ਥਰੂ ਹੀ ਆਊ ਨਾ, ਕਾਮਨ ਸੈਂਸ। ਤਾਂ ਹੁਣ ਦੇਖੋ ਆਪਾਂ ਸਿੱਧੀ ਜੀ ਗੱਲ ਕਰਦੇ ਹਾਂ, ਅਗਰ ਇੱਕ ਰਾਊਂਡ ਇਹ 18 ਮਿੰਟ 'ਚ ਕੰਪਲੀਟ ਕਰਦਾ ਹੈ ਤਾਂ 2 ਰਾਊਂਡ ਇਹ 36 ਮਿੰਟ 'ਚ ਕਰੂਗਾ, ਕਲੀਅਰ। ਇਹ ਇੱਕ ਰਾਊਂਡ 12 ਮਿੰਟਾਂ 'ਚ ਕਰਦਾ ਹੈ, 2 ਇਹ 24 'ਚ ਕਰੂ, 3 'ਚ 36 'ਚ ਕਰੇਗਾ। ਤਾਂ ਵੈਸੇ ਤਾਂ ਮੈਨੂੰ ਠੀਕ ਹੈ ਜੀ। ਤਾਂ ਜਦੋਂ ਵੀ ਮਿੰਟ ਬਾਅਦ ਆ ਗਿਆ ਤਾਂ ਐਲਸੀਐਮ ਕੱਢਣਾ ਹੈ, ਬਿਕੋਜ਼ ਐਚਸੀਐਫ ਇਜ਼ ਅ ਫੈਕਟਰ ਆਫ ਐਲਸੀਐਮ। ਐਚਸੀਐਫ ਨਹੀਂ ਕੱਢਣਾ ਜਦੋਂ ਬਾਅਦ ਵਾਲੀ ਗੱਲ ਕੰਡੀਸ਼ਨ ਪੁੱਛੀ ਹੋਊਗੀ। ਬਹੁਤ ਇੰਪੋਰਟੈਂਟ ਸਵਾਲ ਹੈ, ਪੇਪਰ 'ਚ ਆਇਆ ਸੀ ਇਸ ਵਾਰ ਜੀ, ਠੀਕ ਹੈ। ਤਾਂ ਤੁਸੀਂ ਕੀ ਕਰਦੇ, ਦੇਖੋ ਸਿੰਪਲ ਜੀ ਗੱਲ ਹੈ, ਮੈਂ ਤੁਹਾਨੂੰ ਦੱਸਦਾ ਵੀ 36, ਬਟ ਅਸੀਂ ਬਾਈ ਐਲਸੀਐਮ ਕਿਵੇਂ ਕੱਢਾਂਗੇ। ਦੇਖੋ ਅਸੀਂ 18 AD ਨੂੰ ਕੀ ਲਿਖ ਸਕਦੇ ਹਾਂ ਬੇਟਾ, 2 × 9 ਮਤਲਬ 2 × 3 ਦੀ ਪਾਵਰ 2, ਠੀਕ ਹੈ ਜੀ। ਉਸ ਤੋਂ ਬਾਅਦ 12 ਰਵੀ ਕਿੰਨਾ ਟਾਈਮ ਲੈਂਦਾ ਜੀ, 12 ਮਿੰਟਸ। ਉਹਨੂੰ ਬ੍ਰੇਕ ਕਰ ਦਿਓ, 2 ਦੀ ਪਾਵਰ 2 × 3, ਠੀਕ ਹੈ, 4 3 12। ਤਾਂ ਬੇਟਾ ਹੁਣ ਐਲਸੀਐਮ ਕੀ ਆਊਗਾ, ਸੋਚੋ। ਮੈंने ਕੀ ਸਿਖਾਇਆ ਤੁਹਾਨੂੰ ਐਲਸੀਐਮ ਦੇ ਵਿੱਚ, ਮੈਂ ਤੁਹਾਨੂੰ ਐਲਸੀਐਮ ਦੇ ਵਿੱਚ ਇਹ ਚੀਜ਼ ਸਿਖਾਈ ਹੈ ਕਿ ਸਿੰਪਲ ਨੰਬਰ ਕਿਹੜੇ ਕਿਹੜੇ ਆ ਰਹੇ ਨੇ। ਦੇਖੋ 2 ਵੀ ਆ ਰਿਹਾ, 3 ਵੀ ਆ ਰਿਹਾ, 2 ਤੇ 3 ਦੋਨੋਂ ਲਿਖ ਦਿਓ। 2 ਦੀ ਹਾਈਐਸਟ ਪਾਵਰ ਚੱਲ ਰਹੀ ਹੈ 2 ਲਿਖ ਦਿਓ। 3 ਦੀ ਹਾਈਐਸਟ ਪਾਵਰ ਚੱਲ ਰਹੀ ਹੈ 2 ਲਿਖ ਦਿਓ। 2 2 ਜਾ 4 ਤੇ ਇੱਧਰ 9 ਆ ਗਿਆ, 4 9 ਦਾ ਕੀ ਹੋ ਗਿਆ ਜੀ 36 ਐਲਸੀਐਮ ਆ ਗਿਆ ਜੀ। ਤੁਸੀਂ ਐਦਾਂ ਵੀ ਕੱਢ ਸਕਦੇ ਹੋ, ਸਿੰਪਲ ਵੇ ਨਾਲ ਵੀ। ਮੈਂ ਤੁਹਾਨੂੰ ਦੱਸਤਾ ਸੀ ਵੀ ਇੱਕ ਰਾਊਂਡ 18 ਮਿੰਟਾਂ 'ਚ 2 36, ਸਿਮਿਲਰਲੀ 12 24 36, ਤਾਂ 36 ਆ ਜਾਣਾ ਸੀਗਾ ਬਾਈ ਐਲਸੀਐਮ। ਕੁਐਸਚਨ ਇਹੀ ਹੁੰਦਾ ਵੀ ਐਲਸੀਐਮ ਕੱਢਣਾ ਕੀ ਐਚਸੀਐਫ। ਮਿੰਟ ਬਾਅਦ ਪੁੱਛ ਲਿਆ ਜੀ, ਬਾਅਦ ਵਾਲੀ ਕੰਡੀਸ਼ਨ ਵੱਡੀ ਹੋਏਗੀ ਤੇ ਵੱਡੀ ਬਾਈ ਐਲਸੀਐਮ ਕੱਢਾਂਗੇ ਜੀ। ਥੈਂਕ ਯੂ।